ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ 6ਵੇਂ ਵਾਰਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਤੇ ਗੁਰੂ ਪਿਤਾ ਜੀ ਦੀ ਆਗਿਆ ਨੂੰ ਮੰਨਦੇ ਹੋਏ ਸ਼ਸਤਰ ਸਜਾਏ ਤੇ ਆਪਣੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਬਣਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕਰ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ। ਆਪਣੇ ਸਿੱਖ ਸਿਪਾਹੀਆਂ ਦੀ ਫੌਜ ਤਿਆਰ ਕਰਨੀ ਆਰੰਭ ਕੀਤੀ। ਸ਼ਸਤਰਾਂ ਦੇ ਇਕੱਠ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਕਿਲੇ ਦੀ ਉਸਾਰੀ ਕੀਤੀ, ਜਿਸ ਦਾ ਨਾਂ ਲੋਹਗੜ੍ਹ ਰੱਖਿਆ। ਦੁਨਿਆਵੀ ਬਾਦਸ਼ਾਹਾਂ ਦੇ ਤਖਤਾਂ ਤੋਂ ਵੀ ਵੱਡਾ ਤਖਤ ਅਕਾਲ ਪੁਰਖ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਮਾਣ ਕੀਤਾ। ਨਗਰ ਸੁਰ ਸਿੰਘ ਤੋਂ 2 ਪ੍ਰਸਿੱਧ ਢਾਡੀ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਬੁਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਪਰੰਪਰਾ ਦੀ ਆਰੰਭਤਾ ਵੀ ਕੀਤੀ। ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਪ ਜੀ ਬੰਦੀ ਛੋੜ ਦਾਤਾ ਵੀ ਕਹਾਏ। ਇਹਨਾਂ ਸਾਰੇ ਹੀ ਕਾਰਜਾਂ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗੁਰਿਆਈ ਕਾਲ ਦੌਰਾਨ ਧਰਮ ਤੇ ਸੱਚ ਦੀ ਰੱਖਿਆ ਖਾਤਰ ਮੁਗਲਾਂ ਨਾਲ 4 ਜੰਗਾਂ ਵੀ ਲੜੀਆਂ ਤੇ ਇਹਨਾਂ ਵਿੱਚ ਫਤਿਹ ਵੀ ਹਾਸਲ ਕੀਤੀ। ਸਿੱਖ ਇਤਿਹਾਸ ਵਿੱਚ ਮੁਗਲਾਂ ਖਿਲਾਫ ਸਭ ਤੋਂ ਪਹਿਲੀ ਜੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਲੜੀ। ਗੁਰੂ ਪਾਤਸ਼ਾਹ ਜੀ ਦੀ ਪਹਿਲੀ ਜੰਗ 1628 ਈਸਵੀ ਵਿੱਚ ਹੋਈ, ਜਿਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਜਦੋਂ ਸ਼ਾਹਜਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਤਾਂ ਨਾਲ ਹੀ ਸਿੱਖਾਂ ਦਾ ਇੱਕ ਦਲ ਵੀ ਸ਼ਿਕਾਰ ਖੇਡ ਰਿਹਾ ਸੀ ਤੇ ਇੱਕ ਸ਼ਾਹੀ ਬਾਜ਼ ਉੱਡ ਕੇ ਸਿੱਖਾਂ ਵੱਲ ਆ ਗਿਆ। ਸ਼ਿਕਾਰੀਆਂ ਦਾ ਇਹ ਦਸਤੂਰ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਇੱਕ ਧਿਰ ਦਾ ਬਾਜ਼ ਉੱਡ ਕੇ ਦੂਜੀ ਧਿਰ ਦੇ ਬਾਜ਼ਾਂ ਨਾਲ ਜਾ ਰਲੇ ਤਾਂ ਉਹ ਬਾਜ਼ ਦੂਜੀ ਧਿਰ ਦੀ ਮਲਕੀਅਤ ਸਮਝਿਆ ਜਾਂਦਾ ਸੀ। ਜਿਸ ਤੋਂ ਬਾਅਦ ਬਾਜ਼ ਕਾਰਨ ਸ਼ਾਹੀ ਫੌਜਾਂ ਤੇ ਸਿੱਖਾਂ ਦੀ ਝੜਪ ਹੋ ਗਈ। ਸ਼ਾਹੀ ਅਹਿਲਕਾਰਾਂ ਦੇ ਬੇਲੋੜਾ ਰੋਬ ਪਾਉਣ ਕਾਰਨ ਜਦੋਂ ਸਿੱਖਾਂ ਨੇ ਬਾਜ਼ ਮੋੜਨ ਤੋਂ ਨਾ ਕਰ ਦਿੱਤੀ ਤਾਂ ਸ਼ਾਹੀ ਫੌਜੀਆਂ ਨੇ ਬਾਦਸ਼ਾਹ ਅੱਗੇ ਜਾ ਕੇ ਸਿੱਖਾਂ ਦੀ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਸ਼ਾਹਜਹਾਂ ਨੇ ਮੁਖਲਿਸ ਖਾਨ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ। ਸ੍ਰੀ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ, ਪਰ ਜਦ ਮੁਖਲਿਸ ਖਾਂ ਫੌਜਾਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਿਆ ਤਾਂ ਗੁਰੂ ਜੀ ਤੇ ਉਹਨਾਂ ਦੇ ਬਹਾਦਰ ਸਿੱਖਾਂ ਦੀ ਫੌਜ ਨੇ ਮੁਗਲ ਫੌਜਾਂ ਦਾ ਡਟ ਕੇ ਸਾਹਮਣਾ ਕੀਤਾ। ਸਿੱਖਾਂ ਦੀ ਅਗਵਾਈ ਆਪ ਗੁਰੂ ਪਾਤਸ਼ਾਹ ਜੀ ਕਰ ਰਹੇ ਸਨ ਤੇ ਉਹਨਾਂ ਦੀ ਫੌਜ ਵਿੱਚ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਪੈਂਦੇ ਖਾਂ ਆਦਿ ਸੂਰਬੀਰ ਯੋਧਾ ਸਨ। ਅਖੀਰ ਮੁਖਲਿਸ ਖਾਂ ਦੀ ਫੌਜਾਂ ਨੂੰ ਗੁਰੂ ਪਿਤਾ ਜੀ ਅੱਗੇ ਹਾਰ ਦਾ ਮੂੰਹ ਵੇਖਣਾ ਪਿਆ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਗਲਾਂ ਨਾਲ ਅਕਾਰਨ ਹੀ ਟਕਰਾ ਨਹੀਂ ਚਾਹੁੰਦੇ ਸਨ। ਗੁਰੂ ਜੀ ਅਮਨ ਤੇ ਸ਼ਾਂਤੀ ਦੇ ਚਾਹਵਾਨ ਸਨ ਤੇ ਅਮਨ ਦੀ ਖਾਤਰ ਹੀ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੁਆਬੇ ਦੇ ਨਗਰ ਕਰਤਾਰਪੁਰ ਵਿਖੇ ਆ ਗਏ। ਕੁਝ ਸਮਾਂ ਇੱਥੇ ਟਿਕ ਕੇ ਆਪ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਸ੍ਰੀ ਗੋਬਿੰਦਪੁਰ ਚਲੇ ਗਏ। ਇਹ ਨਗਰ ਆਪ ਜੀ ਦੇ ਪਿਤਾ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਸਾਇਆ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਥਾਂ ਤੇ ਰਹਿੰਦਿਆਂ ਇੱਥੇ ਦਾ ਹੋਰ ਵਿਸਤਾਰ ਕੀਤਾ ਤੇ ਰੌਣਕ ਬਖਸ਼ੀ ਅਤੇ ਜਿਸ ਤੋਂ ਬਾਅਦ ਆਪ ਜੀ ਦੇ ਨਿਵਾਸ ਕਰਕੇ ਇਸ ਥਾਂ ਦਾ ਨਾਂ ਸ੍ਰੀ ਹਰਗੋਬਿੰਦਪੁਰ ਪੈ ਗਿਆ। ਇਸ ਇਲਾਕੇ ਦਾ ਸ਼ਾਹੀ ਮਾਲਗੁਜ਼ਾਰ ਭਗਵਾਨ ਦਾਸ, ਜੋ ਕਿ ਸਿੱਖਾਂ ਨਾਲ ਬੜੀ ਈਰਖਾ ਤੇ ਵੈਰ ਰੱਖਦਾ ਸੀ, ਉਸ ਨੇ ਅਕਾਰਨ ਹੀ ਗੁਰੂ ਜੀ ਨਾਲ ਵਾਦ ਵਿਵਾਦ ਛੇੜ ਲਿਆ। ਭਰੇ ਦੀਵਾਨ ਵਿੱਚ ਬੋਲ ਕੁਬੋਲ ਬੋਲੇ, ਜਿਸ ਕਾਰਨ ਸਿੱਖ ਜੋਸ਼ ਵਿੱਚ ਆ ਗਏ ਤੇ ਸਿੱਖਾਂ ਨਾਲ ਹੋਈ ਇਸ ਝੜਪ ਵਿੱਚ ਭਗਵਾਨ ਦਾਸ ਮਾਰਿਆ ਗਿਆ। ਜਿਸ ਤੋਂ ਬਾਅਦ ਪਿਤਾ ਦਾ ਬਦਲਾ ਲੈਣ ਲਈ ਭਗਵਾਨ ਦਾਸ ਦਾ ਪੁੱਤਰ ਰਤਨ ਚੰਦ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਨ ਨੂੰ ਰਕਮ ਦੇ ਕੇ ਗੁਰੂ ਜੀ ਦੇ ਖਿਲਾਫ ਫੌਜਾਂ ਚੜਾ ਲਿਆਇਆ। ਜਦੋਂ ਗੁਰੂ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਵੀ ਸਿੱਖਾਂ ਨੂੰ ਮੋਰਚੇ ਸੰਭਾਲਣ ਦਾ ਆਦੇਸ਼ ਦੇ ਦਿੱਤਾ। ਗੁਰੂ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੇ ਐਸੇ ਜੌਹਰ ਵਿਖਾਏ ਕਿ ਰਤਨ ਚੰਦ ਤੇ ਅਬਦੁੱਲਾ ਖਾਂ ਦੋਵੇਂ ਹੀ ਇਸ ਜੰਗ ਵਿੱਚ ਮਾਰੇ ਗਏ ਤੇ ਇਸ ਤਰ੍ਹਾਂ 1630 ਈਸਵੀ ਵਿੱਚ ਹੋਈ ਇਹ ਦੂਜੀ ਜੰਗ ਵੀ ਗੁਰੂ ਪਾਤਸ਼ਾਹ ਜੀ ਨੇ ਜਿੱਤ ਲਈ। ਗੁਰੂ ਪਾਤਸ਼ਾਹ ਜੀ ਦੀ ਤੀਜੀ ਜੰਗ ਦੇ ਅਸਾਰ ਉਦੋਂ ਬਣੇ ਜਦੋਂ ਇੱਕ ਵਾਰ ਕਾਬਲ ਦਾ ਇੱਕ ਸ਼ਰਧਾਲੂ ਸਿੱਖ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਾਸਤੇ ਬੜੀ ਉੱਤਮ ਨਸਲ ਦੇ 2 ਘੋੜੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਿਹਾ ਸੀ ਤੇ ਰਾਹ ਵਿੱਚ ਲਾਹੌਰ ਦੇ ਸੂਬੇਦਾਰ ਨੇ ਉਸ ਕੋਲੋਂ ਉਹ ਘੋੜੇ ਖੋਹ ਲਏ।
ਜਦੋਂ ਉਸ ਸਿੱਖ ਨੇ ਆਪਣੀ ਸਾਰੀ ਵਿਥਿਆ ਗੁਰੂ ਪਾਤਸ਼ਾਹ ਜੀ ਨੂੰ ਸੁਣਾਈ ਤਾਂ ਗੁਰੂ ਪਿਤਾ ਜੀ ਨੇ ਘੋੜੇ ਕੱਢ ਲਿਆਉਣ ਲਈ ਭਾਈ ਬਿਧੀ ਚੰਦ ਜੀ ਨੂੰ ਆਖਿਆ। ਭਾਈ ਬਿਧੀ ਚੰਦ ਜੀ ਇੱਕ ਵਾਰ ਘਾਈ ਬਣ ਕੇ ਤੇ ਦੂਜੀ ਵਾਰ ਜੋਤਸ਼ੀ ਦੇ ਭੇਖ ਵਿੱਚ ਜਾ ਕੇ ਸ਼ਾਹੀ ਕਿਲੇ ਵਿੱਚੋਂ ਦੋਵੇਂ ਘੋੜੇ ਕੱਢ ਲਿਆਏ। ਇਸ ਘਟਨਾ ਤੋਂ ਚਿੜ ਕੇ ਸੂਬੇ ਨੇ 20,000 ਮੁਗਲ ਫੌਜ ਗੁਰੂ ਪਿਤਾ ਜੀ ਦੇ ਵਿਰੁੱਧ ਭੇਜ ਦਿੱਤੀ। ਇਸ ਫੌਜ ਦੀ ਕਮਾਨ ਲੱਲਾ ਬੇਗ ਤੇ ਕਮਰ ਬੇਗ ਦੇ ਹੱਥ ਸੀ। ਗੁਰੂ ਪਾਤਸ਼ਾਹ ਜੀ ਨੂੰ ਮੁਗਲ ਫੌਜਾਂ ਦੀ ਚੜ੍ਹਾਈ ਦੀ ਖਬਰ ਮਿਲਦੇ ਹੀ ਆਪ ਜੀ ਯੁੱਧ ਲਈ ਤਿਆਰ ਹੋ ਗਏ ਤੇ ਮਹਾਰਾਜ ਦੇ ਲਾਗੇ ਨਥਾਣੇ ਦੀ ਢਾਬ ਤੇ ਮੋਰਚੇ ਖੜੇ ਕੀਤੇ ਗਏ। 1631 ਈਸਵੀ ਵਿੱਚ ਹੋਈ ਗੁਰੂ ਪਾਤਸ਼ਾਹ ਜੀ ਦੀ ਇਸ ਤੀਜੀ ਜੰਗ ਵਿੱਚ ਦੋਹਾਂ ਪਾਸਿਓਂ ਘਮਾਸਾਨ ਦਾ ਯੁੱਧ ਹੋਇਆ ਤੇ ਲੱਲਾ ਬੇਗ ਤੇ ਕਮਰ ਬੇਗ ਦੋਵੇਂ ਹੀ ਇਸ ਜੰਗ ਵਿੱਚ ਮਾਰੇ ਗਏ, ਜਿਸ ਨਾਲ ਇੱਕ ਵਾਰ ਫੇਰ ਮੁਗਲਾਂ ਦੀ ਹਾਰ ਹੋਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਫਤਿਹ ਹੋਈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚੌਥੀ ਜੰਗ 1634 ਈਸਵੀ ਵਿੱਚ ਦੁਆਬੇ ਵਿੱਚ ਕਰਤਾਰਪੁਰ ਵਿਖੇ ਹੋਈ। ਪੈਂਦੇ ਖਾਂ ਨਾਂ ਦਾ ਇੱਕ ਪਠਾਨ ਜੋ ਕਿ ਗੁਰੂ ਪਿਤਾ ਜੀ ਦੀ ਫੌਜ ਦੀ ਇੱਕ ਟੁਕੜੀ ਦਾ ਸਰਦਾਰ ਸੀ, ਉਹ ਉੱਚਾ ਲੰਮਾ ਭਰਵੇ ਬਦਨ ਦਾ ਇੱਕ ਤਾਕਤਵਰ ਜਵਾਨ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਜੰਗ ਵਿੱਚ ਪੈਂਦੇ ਖਾਂ ਨੇ ਬੜੀ ਬਹਾਦਰੀ ਵਿਖਾਈ ਸੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਇਸ ਤੇ ਬਹੁਤ ਪ੍ਰਸੰਨ ਸਨ ਤੇ ਇਸ ਦੀ ਬਹੁਤ ਕਦਰ ਵੀ ਕਰਦੇ ਸਨ। ਪਰ ਪੈਂਦੇ ਖਾਂ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਫੌਜੀ ਤਾਕਤ ਮੇਰੇ ਦਮ ਨਾਲ ਹੀ ਹੈ, ਜਿਸ ਕਾਰਨ ਉਹ ਗੁਸਤਾਖ ਹੁੰਦਾ ਗਿਆ ਤੇ ਗੁਰੂ ਪਿਤਾ ਜੀ ਦੀ ਕੀਤੀ ਭੁੱਲ ਗਿਆ, ਜਿਸ ਦੇ ਸਿੱਟੇ ਵਜੋਂ ਪੈਂਦੇ ਖਾਂ ਗੁਰੂ ਘਰ ਦਾ ਵਿਰੋਧੀ ਹੋ ਗਿਆ ਤੇ ਸ਼ਾਹੀ ਫੌਜਾਂ ਨਾਲ ਜਾ ਰਲਿਆ। ਮੁਖਲਿਸ ਖਾਂ ਦੇ ਭਰਾ ਕਾਲੇ ਖਾਂ ਅਤੇ ਜਲੰਧਰ ਦੇ ਫੌਜਦਾਰ ਕੁਤੁਬਦੀਨ ਸਮੇਤ ਪੈਂਦੇ ਖਾਂ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ, ਪਰ ਅਖੀਰ ਗੁਰੂ ਜੀ ਤੇ ਉਹਨਾਂ ਦੇ ਬਹਾਦਰ ਸਿੱਖਾਂ ਦੀ ਫੌਜ ਅੱਗੇ ਤਿੰਨਾਂ ਨੂੰ ਹੀ ਹਾਰ ਦਾ ਮੂੰਹ ਵੇਖਣਾ ਪਿਆ। ਗੁਰੂ ਪਾਤਸ਼ਾਹ ਜੀ ਨੇ ਆਪਣੇ ਇੱਕੇ ਹੀ ਵਾਰ ਤੇ ਪੈਂਦੇ ਖਾਂ ਨੂੰ ਨਿਢਾਲ ਕਰ ਦਿੱਤਾ। ਆਪਣੇ ਅੰਤਲੇ ਸਮੇਂ ਪੈਂਦੇ ਖਾਂ ਨੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਸੋਂ ਆਪਣੇ ਗੁਨਾਹਾਂ ਦੀ ਤਲਾਫੀ ਕੀਤੀ। ਗੁਰੂ ਸਾਹਿਬ ਜੀ ਨੇ ਉਸ ਨੂੰ ਧੁੱਪ ਤੋਂ ਬਚਾਉਣ ਲਈ ਆਪਣੀ ਢਾਲ ਨਾਲ ਉਸ ਉੱਪਰ ਛਾਂ ਕੀਤੀ ਤੇ ਕਿਹਾ, ਇਹ ਤੇਰਾ ਅੰਤ ਸਮਾਂ ਹੈ ਪੈਂਦੇ ਖਾਂ, ਕਲਮਾ ਪੜ੍ਹ। ਪਰ ਉਸ ਨੇ ਇੰਨਾ ਆਖ ਕੇ ਕਿ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਹੈ, ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਜੰਗ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਜੰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਗੁਰੂ ਪਿਤਾ ਜੀ ਨਾਲ 14 ਸਾਲ ਦੀ ਉਮਰ ਵਿੱਚ ਜੰਗੇ ਮੈਦਾਨ ਅੰਦਰ ਆਪਣੀ ਤੇਗ ਦੇ ਐਸੇ ਜੌਹਰ ਵਿਖਾਏ ਕਿ ਵੱਡੇ ਵੱਡੇ ਯੋਧੇ ਵੀ ਅਸ਼ ਅਸ਼ ਕਰ ਉਠੇ ਤੇ ਗੁਰੂ ਪਿਤਾ ਜੀ ਨੇ ਵੀ ਬਾਲਕ ਤੇਗ ਬਹਾਦਰ ਜੀ ਨੂੰ ਪ੍ਰਸੰਨ ਹੋ ਕੇ ਖੂਬ ਅਸੀਸਾਂ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।